असलामुअलैकुम दोस्तों, मैं हाँ मुहम्मद समी विरक ते अज तुसी सुनोगे पंजाबी नावल सुंदरी दा तीसरा हिस्सा। सुनाओ ख्वाजा साहब, अज इतने लेट क्यों पहुंचे हो? उड़ीक उड़ीक के ते अखां भी थक गईयां ने। अज कित्थे रह गए सो? ते जे होर घड़ी ना आउंदे ते अज दी महफिल ही बर्बाद हो जानी सी। भला जरनैलां तो बगैर भी फौजां फबदियां ने। अपनी वडियाई ते फुलदे होए ख्वाजा साहब अपनी पग दा शमला संवारदे होए बोले, वाह पंडित साहब, माशा अल्लाह, ਤੁਹਾਡੀ ਮੌਜੂਦਗੀ 'ਚ ਕਿਸੇ ਸ਼ੈ ਦੀ ਕਮੀ ਰਹਿ ਸਕਦੀ ਏ? ਮੈਂ ਤੇ ਹੁਣ ਤੱਕ ਕਦੇ ਦਾ ਆ ਗਿਆ ਹੁੰਦਾ, ਪਰ ਕੰਮ ਹੀ ਕੁਝ ਇਸ ਤਰ੍ਹਾਂ ਦਾ ਆ ਪਿਆ ਸੀ ਜਿਸ ਕਰਕੇ ਦੇਰ ਹੋ ਗਈ ਏ। ਪੰਡਤ ਹਰੀ ਜ਼ਰਾ ਹੋਰ ਸਿਰਕ ਕੇ ख्वाजा ਸਾਹਿਬ ਹੋਰਾਂ ਦੇ ਨੇੜੇ ਹੋ ਗਏ ਤੇ ਉਹਨਾਂ ਦੇ ਕੰਨ ਦੇ ਨਾਲ ਮੂੰਹ ਲਾ ਕੇ ਬੋਲੇ, ਕਿਉਂ ਜੀ, ਕੋਈ ਨਵੀਂ ਮੁਰਗੀ ਫਸੀ ਹੈ? ਸਿਰ ਤੋਂ ਪੱਗ ਲਾ ਕੇ ਗੰਜੇ ਸਿਰ ਤੇ ਹੱਥ ਫੇਰਦੇ ਹੋਏ पग एक नौकर नूं फड़ा के ख्वाजा साहब बोले, हाँ हाँ पंडित जी, खुदा ने भेज दी एक सामी के। सुनाओ फिर, हथ चंगा गर्म होया? नाले मामला की सी? ओ मामला तो मामूली जिहा सी। अच्छा, मैं समझा कोई खून का मुकदमा आया होवेगा। तौबा तौबा, इस्तगफार पंडित जी, वो एडी साडी किस्मत कित्थे? ਉਹ ਤੇ ਵਰੇ ਛਮਾਈ ਪਿੱਛੋਂ ਕੋਈ ਮੋਟੀ ਮੁਰਗੀ ਆ ਫਸਦੀ ਏ, ਵਰਨਾ ਤੇ ਆ ਛੋਟੇ ਮੋਟੇ ਕੇਸ ਹੀ ਹੁੰਦੇ ਨੇ। ਭਲਾ ਇਸ ਤਰ੍ਹਾਂ ਜੇ ਰੋਜ਼-ਰੋਜ਼ ਖੂਨ ਦੇ ਕੇਸ ਆਉਣ ਲੱਗਣ ਪੰਡਤ ਜੀ, ਤੇ ਫਿਰ ਅਸੀਂ ਬੈਠੇ-ਬੈਠੇ ਸੋਨੇ ਦੀਆਂ ਪੀਂਘਾਂ ਨਾ ਪੈ ਝੂਟੀਏ। ਤਾਂ ਵੀ ਕੋਈ 400-500 ਤੇ ਹੱਥ ਲੱਗਾ ਹੀ ਹੋਊ। ਉਹ ਨਹੀਂ, ਉਹ ਸਿਰਫ 2 ਕੁ ਸੌ ਹੀ। ਮਾਮਲਾ ਕੀ ਸੀ? ਮਾਮਲਾ ਇਹ ਸੀ ਕਿ ਨਾਲ ਦਾ ਪਿੰਡ ਸੁਲਤਾਨਪੁਰ, ਉੱਥੋਂ ਦੇ ਜੱਟਾਂ ਨੇ ਫੇਰਾ ਲਾਉਣ ਜਾਣਾ ਸੀ। ਪੰਡਤ ਹਰੀ ਆਪਣੀਆਂ ਮੁੱਛਾਂ ਦੇ ਵਾਲ ਸੰਵਾਰਦੇ ਹੋਏ ਬੋਲੇ, ਹਾਂ ਤਾਂ ਤੇ ਫਿਰ ਹਜੇ ਸੁਖਣਾ ਹੀ ਸੁੱਖ ਕੇ ਗਏ ਨੇ। ਜੇ ਮੁਰਾਦ ਮਿਲ ਗਈ ਉਹਨੇ ਤੇ ਫਿਰ ਤੇ ਉਮੀਦ ਹੈ ਕਿ ਚੰਗਾ ਹੱਥ ਗਰਮ ਕਰਾਉਣਗੇ। ਏ ਆਹੋ ਪੰਡਤ ਜੀ, ਉਮੀਦ ਤੇ ਹੈ ਵੇ। ਚੌਥੀ ਪੱਤੀ ਦਾ ਫੈਸਲਾ ਹੋਇਆ ਹੈ। ਚਲੋ ਸ਼ੁਕਰ ਹੈ, ਭਗਵਾਨ ਦੇ ਹੀ ਜਾਂਦਾ ਕਿਸੇ ਨਾ ਕਿਸੇ ਬਹਾਨੇ। ख्वाजा ਸਾਹਿਬ, ਉਹ ਭਗਵਾਨ ਬੜਾ ਬੇਨਿਆਜ਼ ਜੇ, ਪੱਥਰਾਂ ਵਿੱਚ ਵੀ ਕੀੜਿਆਂ ਨੂੰ ਰੋਟੀ ਪਿਆ ਦਿੰਦਾ ਜੇ, ਸਾਨੂੰ ਵੀ ਦੇਈ ਜਾ ਰਿਹਾ। ਪੰਡਤ ਜੀ ਨੇ ਕਰਮਚੰਦ ਵੱਲ ਵੇਖਿਆ ਤੇ ਫਿਰ ख्वाजा ਜੀ ਵੱਲ ਤੱਕ ਕੇ ਬੋਲੇ, ਹਾਂ ਸੱਚ ख्वाजा ਸਾਹਿਬ, ਤੁਹਾਨੂੰ ਅੱਜ ਦੀ ਮਹਿਫਲ ਦਾ ਸਬੱਬ ਤੇ ਪਤਾ ਹੀ ਹੋਏਗਾ। ਸਾਡੇ ਜਜਮਾਨ ਨੇ ਅੱਜ ਸਾਰੀ ਮਹਿਫਲ ਦਾ ਖਰਚਾ ਆਪਣੇ ਪੱਲੇ ਲਿਆ ਜੇ। ख्वाजा ਸਾਹਿਬ, ਇਹ ਕਰਮਚੰਦ ਜੀ ਨੇ, ਇਹ ਯਾਰਾਂ ਦੇ ਯਾਰ ਨੇ। ਇਹਨਾਂ ਦੇ ਬਾਪੂ ਨਾਲ ਸਾਡੇ ਬੜੇ ਚੰਗੇ ਤਲੁਕਾਤ ਸਨ। ख्वाजा ਸਾਹਿਬ ਨੇ ਕਰਮਚੰਦ ਵੱਲ ਤੱਕਿਆ ਤੇ ਉਹ ਝੱਟ ਹੱਥ ਜੋੜ ਕੇ ਖੜਾ ਹੋ ਗਿਆ। ਤੇ ख्वाजा ਸਾਹਿਬ ਕਰਮਚੰਦ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕਰਕੇ ਬੋਲੇ, ਅੱਛਾ, ਤੇ ਉਸ ਔਰਤ, ਮੇਰਾ ਮਤਲਬ ਹੈ ਇਹਨਾਂ ਦੀ ਮਤਰੇਈ ਮਾਂ ਦੇ ਬਾਬਤ। ਹਾਂ ਪੰਡਤ ਜੀ, ਮੈਨੂੰ ਸਭ ਕੁਝ ਪਤਾ ਹੈ। ਚੰਗਾ ਕੀਤਾ ਨੇ ਉਸ ਔਰਤ ਨੂੰ ਘਰੋਂ ਦਫਾ ਕੀਤਾ ਨੇ। ਜਾਇਦਾਦ ਦਾ ਹਿੱਸਾ ਮੰਗਦੀ ਫਿਰਦੀ ਸੀ, ਐਵੇਂ ਸੁੱਕੇ ਵਿੱਚ ਹੀ। ਆ ਸਾਂਭ ਲਾਂਗੇ ਸਾਰਾ ਮਾਮਲਾ, ਤੂੰ ਫਿਕਰ ਨਾ ਕਰ ਜਵਾਨਾ। ਪਰ ਉਸ ਦਾ ਕੋਈ ਪਤਾ ਲੱਗਾ ਜੇ ਕਿੱਥੇ ਗਈ? ਪੰਡਤ ਹੋਰੀ ਗਲਾਸ ਅਗਾਂਹ ਵਧਾਉਂਦਿਆਂ ਹੋਇਆਂ ਬੋਲੇ, ਜੇ ख्वाजा ਸਾਹਿਬ ਇਹ ਪੱਕਾ ਪਤਾ ਤੇ ਕੋਈ ਨਹੀਂ ਜੇ ਲੱਗਿਆ, ਪਰ ਸਵੇਰੇ ਉੜਦੀ ਇੱਕ ਖਬਰ ਸੁਣੀ ਸੀ ਕਿ ਕੋਈ ਬੁਰਖੇ ਵਾਲੀ ਔਰਤ ਉਹਨੂੰ ਟਾਂਗੇ ਤੇ ਪਾ ਕੇ ਲੈ ਗਈ ਹੈ ਕਿਤੇ। ਉਸ ਔਰਤ ਦੇ ਨਾਲ ਇੱਕ ਨੌਜਵਾਨ ਵੀ ਸੀ। ਗਲਾਸ ਗਟਾਗਟ ਚਾੜ ਕੇ ਇੱਕ ਪਾਸੇ ਰੱਖਦੇ ਹੋਏ ख्वाजा ਹਰੀ ਫੇਰ ਬੋਲੇ, ਕੀ ਕਿਹਾ ਜੇ? ਕੋਈ ਮੁਸਲਮਾਨ ਔਰਤ ਉਹਨੂੰ ਲੈ ਗਈ? ਹਾਂਜੀ ਬਿਲਕੁਲ। ਇੰਨੇ ਚਿਰ ਨੂੰ ਪਿੰਡ ਦੇ ਨੰਬਰਦਾਰ ਹਰੀ ਜਵਾਲਾ ਸਿੰਘ ਜੀ ਵੀ ਬੋਲੇ, ਹਾਂਜੀ ख्वाजा ਸਾਹਿਬ, ਸਾਡੀ ਪੈਲੀ ਦੇ ਕੋਲੋਂ ਦੀ ਟਾਂਗਾ ਲੰਘਿਆ ਸੀ ਤੇ ਟਾਂਗੇ ਤੇ ਬਿਠਾ ਕੇ ਉਹ ਲਈ ਜਾਂਦੇ ਸੀ ਉਹਨੂੰ। ਮੈਂ ਆਪ ਖੁਦ ਵੇਖਿਆ ਜੇ। ਦੂਸਰਾ ਗਲਾਸ ਚੜਾਉਣ ਤੋਂ ਬਾਅਦ ख्वाजा ਹਰਾਂ ਨੂੰ ਸਰੂਰ ਆਉਣਾ ਸ਼ੁਰੂ ਹੋ ਗਿਆ ਤੇ ख्वाजा ਸਾਹਿਬ ਆਪਣੇ ਗੰਜੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਬੋਲੇ, ਆ ਚਲੋ ਦਫਾ ਕਰੋ ਇਹਨਾਂ ਗੱਲਾਂ ਨੂੰ। ਯਾਰ ਜੋ ਹੋਣਾ ਸੀ ਹੋ ਗਿਆ, ਤੁਸੀਂ ਹੁਣ ਮਹਿਫਲ ਦਾ ਮਜ਼ਾ ਲਵੋ।
ख्वाजा साहब ਦੇ ਕਹਿਣ ਦੀ ਦੇਰ ਸੀ ਕਿ ਬੋਤਲਾਂ ਟਕ ਟਕ ਖੁੱਲ੍ਹਣ ਲੱਗੀਆਂ ਤੇ ਗਲਾਸ ਖਾਲੀ ਹੋਣ ਲੱਗ ਪਏ। ਇਸ ਵੇਲੇ ਤੱਕ ਸ਼ਰਾਬ ਆਪਣਾ ਵਹਾ ਚੁੱਕੀ ਸੀ। ਸਾਰੇ ਸਰੂਰ 'ਚ ਆ ਚੁੱਕੇ ਸਨ ਤੇ ਸਭ ਆਪੋ ਆਪਣੀਆਂ ਗੱਲਾਂ ਛੇੜ ਕੇ ਬੈਠੇ ਹੋਏ ਸਨ ਤੇ ਪੰਡਤ ਜੀ ਹੋਰਾਂ ਨੇ ਝੂਮਦਿਆਂ ਹੋਇਆਂ ਸਭ ਵੱਲ ਨਜ਼ਰ ਦੌੜਾ ਕੇ ਬੋਲਿਆ, ਹੋ ਮਿੱਤਰੋ, ਸੁਣਾਓ ਫਿਰ ਕੈਸਾ ਸਮਾਂ ਹੈ, ਕਿੰਨਾ ਮਜ਼ਾ ਹੈ। ਪ੍ਰੇਮ ਤੇ ਪਿਆਰ ਦਾ ਵੱਖਰਾ ਹੀ ਸਵਾਦ ਏ। ਸੱਚਮੁੱਚ ਜਦੋਂ ਮੈਂ ਮੁਸਲਮਾਨ ਤੇ ਹਿੰਦੂਆਂ ਨੂੰ ਇਕੱਠਿਆਂ ਬੈਠਿਆਂ ਖਾਂਦਿਆਂ ਪੀਂਦਿਆਂ ਵੇਖਣਾ ਤੇ ਮੇਰੀ ਰੂਹ ਖੁਸ਼ ਹੋ ਜਾਂਦੀ ਹੈ। ਭਗਵਾਨ ਕਰੇ ਸਾਰੇ ਭਾਰਤ ਵਿੱਚ ਇਸੇ ਤਰ੍ਹਾਂ ਦਾ ਹੀ ਮਾਹੌਲ ਪੈਦਾ ਹੋ ਜਾਵੇ। ख्वाजा साहब बोले, खुदा दी कसम सब इस जामे जमर्दी दियां बरकतां ने। सच कहंदे ने शराब सब खुदाई नियामतां विचों एक है। फिर पंडित जी वेखो इस नाल मुहब्बत किन्नी वधदी है, पर इसनूं ओह कमबख्त की जानन अज जिन्ना कदे चखिया ही नहीं। ते फिर पंडित जी बोले, ख्वाजा साहब आए उन्हां लोकां नूं पता ही नहीं कि शराब दा मतलब की है। हाँ सच ख्वाजा साहब, तुसीं कई वारी फरमाइश भी कर चुके हो। अज तुहानूं ओह सगात विखा ही दिन्ने आ। ओह ही ख्वाजा साहब, घर दी खड्डी शराब। ते फिर प्यारा सिंह वल तक के बोले, जा प्यारा सिंह लैके आ, रोज कहता है ख्वाजा साहब नूं पियाउणी है, अज लाया फिर। जिवें तुहाडा हुक्म पंडित जी। ये कह के अपने कोल बैठे भनेवें दा मोंढा हिला के कहन लगा, जाओ धनिया, मासी अपनी नूं कहीं तूड़ी वाले अंदर दा बूहा खोल के ना लहिंदे पासे दी नुकरों मंजियां दे ਹੀਆਂ ਤੇ ਸੇਰੂ ਲਾਂਭੇ ਕਰਕੇ ਥੱਲਿਓਂ ਛੋਟੀ ਤੌੜੀ ਕੱਢ ਦੇਵੇ। ਉਹਦੇ ਉੱਤੇ ਬਾਲਟੀ ਬੂੰਦੀ ਮਾਰ ਕੇ ਆਟਾ ਲਿੰਬਿਆ ਹੋਇਆ ਈ, ਧਿਆਨ ਨਾਲ ਲਿਆਈ ਕਿਤੇ ਭੰਨ ਨਾ ਦੇਈ ਰਾਹ ਵਿੱਚ। ਜਾ ਮੇਰਾ ਬੀਬਾ ਸ਼ੇਰ, ਝਟਪਟ ਇੰਜ ਜਾ ਤੇ ਇੰਜ ਲੈ ਕੇ ਆ। ਮੁੰਡਾ ਫਟਾਫਟ ਗਿਆ ਤੇ ਥੋੜੀ ਦੇਰ ਬਾਅਦ ਹੀ ਤੌੜੀ ਲੈ ਕੇ ਵਾਪਸ ਆ ਗਿਆ ਤੇ ਲਿਆ ਕੇ ख्वाजा ਸਾਹਿਬ ਦੇ ਅੱਗੇ ਰੱਖ ਦਿੱਤੀ। ਉਹ ਅੱਗੇ ਹੀ ਨਸ਼ੇ ਨਾਲ ਚੂਰ ਹੋ ਰਹੇ ਸਨ। ਇਸ ਨਵੀਂ ਸੁਗਾਤ ਨੂੰ ਵੇਖ ਕੇ ਉਹ ਹੋਰ ਖੁਸ਼ੀ ਨਾਲ ਮੱਚਲ ਗਏ। ਪਹਿਲਾਂ ਤੇ ਵਿੱਚੋਂ ਉਂਗਲਾਂ ਡੋਬ ਕੇ ਉਹਦਾ ਸਵਾਦ ਚੱਖਿਆ। ਜਦ ਚੰਗੀ ਲੱਗੀ ਤੇ ਫਿਰ ਚੁਲੀਆਂ ਭਰ ਭਰ ਲੱਗੇ ਪੀਣ ਤੇ ਫਿਰ ਪਚਾਕੇ ਮਾਰਦੇ ਹੋਏ ਬੋਲੇ, ਆਹਾ ਪੰਡਤ ਜੀ, ਇਹ ਤਾਂ ਬੜੀ ਜ਼ਾਇਕੇਦਾਰ ਚੀਜ਼ ਹੈ। ਤਾਂ ਮੈਂ ਤੁਹਾਨੂੰ ਕੁਝ ਝੂਠ ਗਿਆ ਸੀ ਤੇ ਅੱਗੇ ਤੇ ਤੁਸੀਂ ਇਹ ਕਦੀ ਨਹੀਂ ਮੰਗਵਾਈ। ਜਾਂ ਇੰਨੀ ਸਵਾਦ ਹੈ ਤਾਂ ਫਿਰ ਪਹਿਲਾਂ ਵੀ ਕਦੀ ਮੰਗਵਾ ਲੈਂਦੇ ਕਰਦੇ। ਉਹ ख्वाजा ਸਾਹਿਬ, ਆ ਬਸ ਤੁਹਾਡੇ ਤੋਂ ਡਰੀਦਾ ਹੀ ਸੀ। ਵਾਹ ਪੰਡਤ ਜੀ, ਉਹ ਮੈਥੋਂ ਡਰ? ਵਿੱਚੋਂ ਗਲਾਸ ਡੋਬ ਕੇ ਭਰਦਿਆਂ ਹੋਇਆਂ ਬੋਲੇ, ਤੁਸੀਂ ਤੇ ਇਮਾਨ ਨਾਲ ਮੇਰੇ ਭਰਾ ਹੋਏ ਤੇ ਭਰਾਵਾਂ ਤੋਂ ਕਾਹਦਾ ਡਰ। ਵਾਹ, ਬੜੀ ਵਧੀਆ ਚੀਜ਼ ਹੈ ਪੰਡਤ ਜੀ। ਰਾਤ ਦੇ 12 ਵਜੇ ਤੱਕ ਮਹਿਫਲ ਇਸ ਤਰ੍ਹਾਂ ਹੀ ਜਾਰੀ ਰਹੀ। ਆਖਰ ਫਿਰ ਇਹ ਮਹਿਫਲ ਖਤਮ ਹੋਈ ਤੇ ਉਸ ਸਮੇਂ ਕੌਣ ਕਿਹੜੀ ਕਿਹੜੀ ਹਾਲਤ ਸੀ ਤੇ ਕਿਸ ਤਰ੍ਹਾਂ ਆਪਣੇ ਘਰਾਂ 'ਚ ਪਹੁੰਚੇ, ਇਸ ਦਾ ਅੰਦਾਜ਼ਾ ਤੇ ਤੁਸੀਂ ਖੁਦ ਹੀ ਕਰ ਸਕਦੇ ਹੋ। ਸੰਧਿਆ ਦਾ ਹਨੇਰਾ ਹਰ ਤਰਫ ਫੈਲ ਚੁੱਕਿਆ ਸੀ ਤੇ ਇੰਨੀ ਦੇਰ ਨੂੰ ਇੱਕ ਟਾਂਗਾ ਪਿੰਡ ਦੇ ਅੱਡੇ ਤੇ ਆ ਕੇ ਖਲੋਤਾ। ਉਸ ਟਾਂਗੇ ਤੋਂ ਇੱਕ ਮੁਸਲਮਾਨ ਨੌਜਵਾਨ ਨੇ ਉਤਰ ਕੇ ਇੱਕ ਰਾਹ ਜਾਂਦੇ ਬੰਦੇ ਨੂੰ ਪੁੱਛਿਆ, ਕਿਉਂ ਜੀ ਪੰਡਤ ਰਾਧੇ ਕ੍ਰਿਸ਼ਨ ਦਾ ਘਰ ਕਿੱਧਰ ਏ? ਬਾਊ ਜੀ ਆਓ ਸਾਹਮਣੀ ਹਵੇਲੀ ਜੇ। ਕਿਉਂ, ਖੈਰ ਜੇ, ਕੀ ਕੰਮ ਜੇ? ਬਸ ਜੀ ਇੱਕ ਖਾਸ ਕੰਮ ਲਈ ਉਹਨਾਂ ਨੂੰ ਮਿਲਣਾ ਹੈ। ਗੱਭਰੂ ਨੇ ਟਾਂਗੇ ਵਿੱਚ ਬੈਠੀ ਇੱਕ ਔਰਤ ਵੱਲ ਤੱਕਦਿਆਂ ਹੋਇਆਂ ਬੋਲਿਆ ਤੇ ਫਿਰ ਟਾਂਗੇ ਕੋਲ ਜਾ ਕੇ ਬੋਲਿਆ, ਆਓ ਭੈਣ ਜੀ, ਮੈਂ ਤੁਹਾਨੂੰ ਉਹਨਾਂ ਦੇ ਘਰ ਪਹੁੰਚਾਵਾਂ। ਔਰਤ ਫਟਾਫਟ ਥੱਲੇ ਉਤਰੀ ਤੇ ਨੌਜਵਾਨ ਦੇ ਪਿੱਛੇ ਪਿੱਛੇ ਤੁਰ ਪਈ ਤੇ ਕੁਝ ਹੀ ਦੇਰ ਬਾਅਦ
ਉਹ ਪੰਡਿਤ ਰਾਧੇ ਕ੍ਰਿਸ਼ਨ ਦੇ ਘਰ ਪਹੁੰਚ ਗਏ। ਗੱਭਰੂ ਨੇ ਪੰਡਤ ਜੀ ਹੋਰਾਂ ਦਾ ਬੂਹਾ ਖੜਕਾਇਆ ਤੇ ਅੰਦਰੋਂ ਇੱਕ ਪਤਲਾ ਜਿਹਾ ਨੌਜਵਾਨ ਨਿਕਲ ਕੇ ਬਾਹਰ ਆਇਆ ਤੇ ਆ ਕੇ ਪੁੱਛਿਆ, ਕੀ ਗੱਲ ਹੈ ਭਾਈ? ਮੁਸਲਮਾਨ ਗੱਭਰੂ ਨੇ ਜਵਾਬ ਦਿੱਤਾ, ਪੰਡਤ ਜੀ ਹਰੀ ਘਰ ਹੀ ਨੇ, ਉਹਨਾਂ ਨਾਲ ਇੱਕ ਕੰਮ ਸੀ। ਹਾਂ, ਹੈ ਤੇ ਘਰੇ ਹੀ ਨੇ, ਪਰ ਇਸ ਵੇਲੇ ਨਹੀਂ ਮਿਲ ਸਕਦੇ, ਉਹਨਾਂ ਦਾ ਪੂਜਾ ਪਾਠ ਦਾ ਟਾਈਮ ਹੈ। ਉਹ ਕੋਈ ਗੱਲ ਨਹੀਂ ਜੀ, ਅਸੀਂ ਥੋੜ੍ਹੀ ਹੋਰ ਦੇਰ ਇੰਤਜ਼ਾਰ ਕਰ ਲਾਂਗੇ, ਪਰ ਇਹ ਤਾਂ ਦੱਸੋ ਕਿੰਨੀ ਕੁ ਦੇਰ ਤੱਕ ਵਿਹਲੇ ਹੋ ਜਾਣਗੇ? ਉਹ ਵੇਖੋ ਜੀ, ਘੰਟਾ ਕੁ ਤੇ ਲੱਗ ਹੀ ਜਾਣਾ ਹੈ। ਫਿਰ ਪੌਣੇ ਕੁ ਘੰਟੇ ਬਾਅਦ ਪੰਡਤ ਹੋਰੀ ਬਾਹਰ ਆਏ ਤਾਂ ਮੁਸਲਮਾਨ ਗੱਭਰੂ ਨੇ ਉੱਠ ਕੇ ਪੰਡਤ ਹੋਰਾਂ ਨੂੰ ਸਲਾਮ ਕੀਤੀ ਤੇ ਆਉਂਦਿਆਂ ਹੀ ਪੰਡਤ ਹੋਰਾਂ ਨੇ, ਬੂਹੇ ਤੋਂ ਰਤਾ ਪਿਛਾਂ ਹੋ ਕੇ ਖੜੇ ਹੋਵੋ, ਜਾਣਦੇ ਨਹੀਂ ਜੇ ਇਹ ਇੱਕ ਬ੍ਰਾਹਮਣ ਦਾ ਘਰ ਏ। ਗੱਭਰੂ ਥੋੜ੍ਹਾ ਜਿਹਾ ਸ਼ਰਮਸਾਰ ਹੁੰਦਿਆਂ ਹੋਇਆਂ ਬੋਲਿਆ, ਮਾਫ਼ ਕਰਨਾ ਜੀ, ਮੇਰੇ ਤੋਂ ਵਾਕਈ ਬੜੀ ਗਲਤੀ ਹੋਈ ਹੈ। ਫਿਰ ਗੱਭਰੂ ਮੁਸਲਮਾਨ ਉਸ ਔਰਤ ਵੱਲ ਤੱਕਦਿਆਂ ਹੋਇਆਂ ਬੋਲਿਆ, ਜੀ ਇਹ ਭੈਣ ਹਰੀ ਕੱਲ੍ਹ ਸਰਗੀ ਵੇਲੇ ਪਿੰਡੋਂ ਬਾਹਰ ਖੇਤਾਂ ਵਿੱਚ ਬੇਹੋਸ਼ ਪਏ ਹੋਏ ਸਨ ਤੇ ਮੈਂ ਤੇ ਮੇਰੀ ਵਾਲਦਾ ਇਹਨਾਂ ਨੂੰ ਚੁੱਕ ਕੇ ਆਪਣੇ ਪਿੰਡ ਲੈ ਗਏ। ਇਹਨਾਂ ਦੀ ਹਾਲਤ ਕੋਈ ਕਾਫੀ ਖਰਾਬ ਸੀ ਤੇ ਅਸਾਂ ਸੋਚਿਆ ਕਿ ਇਹਨਾਂ ਦੀ ਮਰਮ ਪੱਟੀ ਕਰਕੇ ਤੇ ਫਿਰ ਇਹਦੇ ਸਾਈਆਂ ਤੱਕ ਇਹਨੂੰ ਪਹੁੰਚਾ ਦਿਆਂਗੇ। ਉਸ ਵੇਲੇ ਨਜ਼ਦੀਕ ਕੋਈ ਹੈ ਵੀ ਨਹੀਂ ਸੀ ਤੇ ਇਹਨਾਂ ਦੀ ਹਾਲਤ ਵੀ ਕਾਫੀ ਖਰਾਬ ਸੀ। ਹੁਣ ਅੱਲਾ ਦੇ ਫਜ਼ਲ ਨਾਲ ਇਹ ਬਿਲਕੁਲ ਠੀਕ ਨੇ। ਇਹਨਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਲਾਲਾ ਮਿੱਠਾ ਮਲ ਦੀ ਬੇਵਾ ਨੇ ਤੇ ਬਾਕੀ ਸਾਰਾ ਮਾਮਲਾ ਤੁਸੀਂ ਇਹਨਾਂ ਕੋਲ ਆਪ ਹੀ ਸੁਣ ਲੈਣਾ ਤੇ ਜਿਸ ਤਰ੍ਹਾਂ ਵੀ ਹੋ ਸਕੇ ਤੁਸੀਂ ਇਹਨਾਂ ਦਾ ਸਾਰਾ ਮਾਮਲਾ ਸੁਲਝਾ ਕੇ ਇਹਨਾਂ ਨੂੰ ਇਹਨਾਂ ਦੇ ਘਰ ਪਹੁੰਚਾ ਦੇਣਾ। ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਜੀ। ਤੇ ਫਿਰ ਉਸ ਔਰਤ ਵੱਲ ਨੂੰ ਮੂੰਹ ਕਰਕੇ ਗੱਭਰੂ ਕਹਿਣ ਲੱਗਾ, ਭੈਣ ਜੀ ਤੁਸੀਂ ਆਪ ਵੀ ਆ ਕੇ ਇਹਨਾਂ ਨੂੰ ਸਾਰੀ ਕਹਾਣੀ ਦੱਸ ਦਿਓ। ਗੱਲ ਸੁਣਦਿਆਂ ਸੁਣਦਿਆਂ ਪੰਡਤ ਦੇ ਚਿਹਰੇ ਤੇ ਕ੍ਰੋਧ ਦੀ ਲਾਲੀ ਝਲਕਣ ਲੱਗੀ ਤੇ ਉਹਨਾਂ ਗੁੱਸੇ ਭਰੇ ਲਫ਼ਜ਼ਾਂ ਨਾਲ ਗੱਭਰੂ ਨੂੰ ਕਿਹਾ, ਉਹ ਜਵਾਨ, ਉਹ ਪਹਿਨਾਵਾ ਤੇ ਤੇਰਾ ਪੜ੍ਹੇ ਲਿਖਿਆਂ ਵਰਗਾ ਲੱਗਦਾ ਹੈ, ਪਰ ਮਾਲੂਮ ਹੁੰਦਾ ਤੂੰ ਹੈ ਅਨਪੜ੍ਹ ਆਦਮੀ ਹੈ। ਗੱਭਰੂ ਹੈਰਾਨ ਹੁੰਦਿਆਂ ਹੋਇਆਂ ਬੋਲਿਆ, ਜੀ ਮਹਾਰਾਜ, ਤੁਹਾਡੇ ਜੀ ਹਸਤੀ ਦੇ ਸਾਹਮਣੇ ਮੈਂ ਵਾਕਈ ਅਨਪੜ੍ਹ ਹਾਂ, ਪਰ ਵੈਸੇ ਤੇ ਮੈਂ FA ਪਾਸ ਹਾਂ। ਜੇ ਕੋਈ ਗੁਸਤਾਖੀ ਹੋ ਗਈ ਹੋਵੇ ਤੇ ਮਾफ़ ਕਰਨਾ। ਉਹ ਬਸ ਮੈਂ ਸਮਝ ਗਿਆ, ਇਸ ਅੰਗਰੇਜ਼ੀ ਨੇ ਤੇ ਸਾਡੇ ਭਾਰਤ ਦੇਸ਼ ਦਾ ਸਤਿਆਨਾਸ਼ ਕਰ ਦਿੱਤਾ ਹੈ। ਉਹ ਜੇ ਤੂੰ ਅੰਗਰੇਜ਼ੀ ਪੜ੍ਹਿਆ ਨਾ ਹੁੰਦੋਂ ਤੇ ਇਸ ਹਿੰਦੂ ਕਨਿਆ ਨੂੰ ਭੈਣ ਕਹਿਣ ਦੀ ਗਲਤੀ ਕਦੀ ਨਾ ਕਰਦਾ। ਆਪਣੇ ਟਾਂਗੇ 'ਚ ਬਿਠਾ ਕੇ ਆਪਣੇ ਘਰ ਲੈ ਜਾ ਕੇ ਉਹ ਕਦੇ ਵੀ ਇਹਦਾ ਧਰਮ ਭ੍ਰਸ਼ਟ ਨਾ ਕਰਦਾ। ਮੁਸਲਮਾਨ ਗੱਭਰੂ ਪੰਡਤ ਹੋਰਾਂ ਦਾ ਇਹ ਜਵਾਬ ਸੁਣ ਕੇ ਸੋਚਾਂ ਦੇ ਭੰਬਲ ਭੂਸਿਆਂ ਵਿੱਚ ਪੈ ਗਿਆ ਤੇ ਸੋਚਣ ਲੱਗਾ, ਮੈਂ ਇਹਨਾਂ ਨੂੰ ਕੀ ਜਵਾਬ ਦਿਆਂ। ਤੇ ਅਖੀਰ ਉਸਨੇ ਕਿਹਾ, ਮੈਂ ਆਪਣੀ ਹਰ ਗਲਤੀ ਦੀ ਮਾफ़ੀ ਮੰਗਦਾ ਹਾਂ, ਪਰ ਤੁਸੀਂ ਇਹ ਮਿਹਰਬਾਨੀ ਜ਼ਰੂਰ ਕਰਿਓ ਕਿ ਇਸ ਵਿਚਾਰੀ ਨੂੰ ਇਸ ਦੇ ਘਰ ਜ਼ਰੂਰ ਪਹੁੰਚਾ ਦਿਓ ਜੇ। ਇਸ ਦੀ ਜ਼ੁਬਾਨੀ ਜਿਹੜਾ ਅਸਾਂ ਇਹਦਾ ਹਾਲ ਸੁਣਿਆ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਿਚਾਰੀ ਨਾਲ ਬੜਾ ਜ਼ੁਲਮ ਹੋਇਆ ਹੈ। ਪੰਡਤ ਜੀ, ਇਸ ਦੇ ਨਾਲ ਇਨਸਾਫ ਜ਼ਰੂਰ ਕਰਿਓ ਜੇ, ਇਹਨੂੰ ਇਹਦੇ ਘਰ ਤੱਕ ਵੀ ਪਹੁੰਚਾਇਓ ਜੇ ਤੇ ਇਹਨੂੰ ਇਨਸਾਫ ਵੀ ਲੈ ਕੇ ਦਿਓ ਜੇ। ਪੰਡਤ ਹਰੀ ਹੋਰ ਗੁੱਸੇ ਨਾਲ ਬੋਲੇ, ਉਹ ਨਹੀਂ ਨਹੀਂ, ਓਏ ਹਿੰਦੂ ਧਰਮ ਤੋਂ ਹੁਣ ਦੂਰ ਹੋ ਚੁੱਕੀ ਹੈ, ਇਸ ਨੂੰ ਹੁਣ ਕਿਸੇ ਤਰ੍ਹਾਂ ਵੀ ਫਿਰ ਕੁਝ ਸੋਚ ਕੇ ਦੰਦਾਂ ਥੱਲੇ ਉਂਗਲ ਦੇ ਕੇ ਬੋਲੇ, ਉਂਝ ਤਾਂ ਮੈਨੂੰ ਇਹਦੇ ਤੇ ਬੜਾ ਰਹਿਮ ਆ ਰਿਹਾ ਹੈ। ਮੈਂ ਤੇ ਕੱਲ੍ਹ ਦਾ ਜਦੋਂ ਦਾ ਸੁਣਿਆ ਨਾ, ਇਸ ਨੂੰ ਇਸ ਦੇ ਮਤਰੇਏ ਪੁੱਤਰਾਂ ਨੇ ਘਰੋਂ ਕੱਢ ਦਿੱਤਾ ਹੈ। ਉਸ ਵੇਲੇ ਦਾ ਖਾਣਾ ਪਾਣੀ ਨਹੀਂ ਖਾਧਾ। ਫਿਰ ਗੁਰਦਈ ਵੱਲ ਨੂੰ ਮੂੰਹ ਕਰਕੇ ਬੋਲੇ, ਪਰ ਪੁੱਤਰੀ ਤੂੰ ਚੱਲ ਕੇ ਅੰਦਰ ਬੈਠ, ਮੈਂ ਉਹਨਾਂ ਦੁਸ਼ਟਾਂ ਨੂੰ ਬੁਲਾ ਕੇ ਹੁਣੇ ਸਹੀ ਕਰਦਾ, ਤੂੰ ਕੋਈ ਫਿਕਰ ਨਾ ਕਰ। ਅਰੇ ਗੱਭਰੂ ਨੇ ਜਦੋਂ ਪੰਡਤ ਨੂੰ ਗੁੱਸੇ ਵਿੱਚੋਂ ਰਹਿਮਦਿਲ ਹੁੰਦਿਆਂ ਵੇਖਿਆ ਤੇ ਖੁਸ਼ੀ ਨਾਲ ਉਹਦੀਆਂ ਅੱਖਾਂ 'ਚੋਂ ਅਥਰੂ ਆ ਗਏ ਤੇ ਉਹ ਅਦਬ ਦੇ ਵਿੱਚ ਝੁਕਦਾ ਹੋਇਆ ਪੰਡਤ ਹੋਰਾਂ ਨੂੰ ਬੋਲਿਆ, ਤੁਸੀਂ ਜੀ ਫਰਿਸ਼ਤਾ ਹੋ, ਫਰਿਸ਼ਤਾ।
ਤੇ ਫਿਰ ਗੱਭਰੂ ਦੂਰੋਂ ਹੀ ਪਿਛਾਂ ਹੋ ਕੇ ਸਲਾਮ ਕਰਦਾ ਹੋਇਆ ਪਿਛਾਂ ਨੂੰ ਮੁੜਿਆ ਤੇ ਜਾਣ ਲੱਗਿਆਂ ਬੋਲਿਆ, ਅੱਛਾ ਭੈਣ, ਫਿਰ ਰੱਬ ਰਾਖਾ। ਤੇ ਫਿਰ ਉਹ ਜਾ ਕੇ ਟਾਂਗੇ ਵਿੱਚ ਬਹਿ ਗਿਆ। ਕੋਚਵਾਨ ਨੇ ਘੋੜੇ ਨੂੰ ਚਾਬਕ ਲਾਈ ਤੇ ਟਾਂਗਾ ਸੜਕ ਤੇ ਦੌੜਨ ਲੱਗ ਪਿਆ। ਤੇ ਦੋਸਤੋ, ਤੁਸੀਂ ਸੁਣ ਰਹੇ ਸੋ ਪੰਜਾਬੀ ਨਾਵਲ ਸੁੰਦਰੀ ਦਾ ਅੱਜ ਤੀਸਰਾ ਹਿੱਸਾ। ਅੱਜ ਤੱਕ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ ਕੱਲ ਚੌਥਾ ਹਿੱਸਾ ਲੈ ਕੇ। ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਿਓ ਜੇ।